ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਪਿਆਰੇ ਦਰਸ਼ਕੋ ਤੁਹਾਡਾ ਨਿੱਘਾ ਸਵਾਗਤ ਹੈ। ਸਾਰੇ ਦਰਸ਼ਕਾਂ ਨੂੰ ਭਗਤ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਸ ਵੇਲੇ ਅਸੀਂ ਇੱਕ ਸ਼ੋਅ ਕਰ ਰਹੇ ਹਾਂ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਨੈਸ਼ਨਲ ਸ਼ਡਿਊਲ ਕਾਸਟ ਅਲਾਇੰਸ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਭਗਤ ਰਵਿਦਾਸ ਹੋਣਾ ਦਾ ਜਿਹੜਾ ਜੀਵਨ ਹੈ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦਾ ਅੱਜ ਕੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਵ ਹੈ, ਉਹਦੇ ਬਾਰੇ ਉਹ ਕੀ ਸੋਚਦੇ ਆ, ਕੀ ਕਹਿਣਾ ਚਾਹੁੰਦੇ ਆ। ਕੈਂਥ ਸਾਹਿਬ। ਹਾਂਜੀ, ਅੱਜ ਜੋ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸਾਰੀਆਂ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਅਸੀਂ ਉਸ ਦਾ ਜਿਹੜਾ ਜਨਮ ਦਿਨ ਮਨਾਉਣ ਦੀਆਂ ਵਧਾਈਆਂ ਦਿੰਦੇ ਹਾਂ, ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਦਿਹਾੜਾ ਸਾਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਔਰ ਇਸ ਦਿਹਾੜੇ ਤੇ ਜਿਹੜੇ ਉਹਨਾਂ ਦੇ ਜੀਵਨ ਦੇ ਵਿੱਚ ਜੋ ਸੰਕਲਪ ਲਏ ਔਰ ਜਿਹੜੀਆਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ, ਉਸ ਵਿਚਾਰਾਂ ਦੇ ਉੱਤੇ ਅੱਜ ਸਮਾਜ ਦੇ ਵਿੱਚ ਚਰਚਾ ਹੋਈ। ਉਹਨਾਂ ਦੀ ਬਾਣੀ ਦਾ ਜਿਹੜਾ ਉਚਾਰਨ ਕੀਤਾ ਗਿਆ, ਉਹਨਾਂ ਦੇ ਕਹੇ ਹੋਏ ਜਿਹੜੇ ਸ਼ਬਦ ਨੇ, ਉਹਨਾਂ ਸ਼ਬਦਾਂ ਦੀ ਵਿਆਖਿਆ ਕੀਤੀ ਗਈ। ਔਰ ਅਸੀਂ ਜਦੋਂ ਇਸ ਅਜੋਕੇ ਯੁੱਗ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੀਆਂ ਜਿਹੜੀਆਂ ਸਿੱਖਿਆਵਾਂ ਨੇ, ਉਹਨਾਂ ਦੀ ਜਿਹੜੀ ਬਾਣੀ ਹੈ, ਅਸੀਂ ਉਸ ਦੇ ਬਾਰੇ ਵਿੱਚ ਅੱਜ ਜੋ ਚਰਚਾ ਕਰਨ ਚੱਲੇ ਹਾਂ, ਇਹ ਬਹੁਤ ਹੀ ਸਾਰਥਕ ਤੇ ਵਧੀਆ ਉਪਰਾਲਾ ਹੈ। ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਜੋ ਭਗਤੀ ਲਹਿਰ ਚੱਲੀ, ਉਸ ਭਗਤੀ ਲਹਿਰ ਦਾ ਉਹਨਾਂ ਨੇ ਮੁੱਢ ਬੰਨਿਆ। ਕਿਉਂਕਿ ਉਹਨਾਂ ਦੇ ਜਿਹੜੇ ਸਹਿਯੋਗੀ ਸੀਗੇ, ਉਹਨਾਂ ਦੇ ਜਿਹੜੇ ਹਮ ਉਮਰ ਸੀਗੇ ਉਸ ਸਮੇਂ ਦੇ ਵਿੱਚ, ਤਾਂ ਕਬੀਰ ਸਾਹਿਬ ਸੀਗੇ, ਨਾਮਦੇਵ ਜੀ ਸੀਗੇ, ਸੈਨ ਜੀ ਸੀਗੇ, ਸਦਨਾ ਜੀ ਸੀਗੇ, ਧੰਨਾ ਜੀ ਸੀਗੇ। ਕਿਉਂਕਿ ਇਹਨਾਂ ਸਾਰਿਆਂ ਨੇ ਉਸ ਸਮੇਂ ਦੀ ਜਿਹੜੀ ਵਿਵਸਥਾ ਸੀ, ਉਸ ਵਿਵਸਥਾ ਦੇ ਖਿਲਾਫ ਆਪਣੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕੀਤਾ। ਚਾਹੇ ਉਸ ਸਮੇਂ ਦੇ ਵਿੱਚ ਜਿਹੜੀ ਊਚ ਨੀਚ ਸੀ, ਬੜੀ ਉਸ ਵੱਡੇ ਪੱਧਰ ਤੇ ਉਸ ਦਾ ਜਿਹੜਾ ਲੋਕਾਂ ਦੇ ਵਿੱਚ ਕੈਂਥ ਮਨਾਂ ਸਾਹਿਬ, ਤੇ ਬੜਾ ਪ੍ਰਭਾਵ ਪਿਆ। ਉਸ ਸਮੇਂ ਮਨੂ ਸਮ੍ਰਿਤੀ ਸੀਗੀ ਤੇ ਗੁਰੂ ਰਵਿਦਾਸ ਹੋਣਾ ਨੇ ਮਨੂ ਸਮ੍ਰਿਤੀ ਦੇ ਉੱਪਰ ਬੜਾ ਤਿੱਖਾ ਹਮਲਾ ਕੀਤਾ ਸੀਗਾ। ਉਸ ਹਮਲੇ ਦੇ ਬਾਵਜੂਦ ਅਜੇ ਵੀ, ਭਾਵੇਂ ਕਿ ਬਾਅਦ ਦੇ ਵਿੱਚ ਜਿਹੜੇ 10 ਗੁਰੂਆਂ ਦੀਆਂ ਸਿੱਖਿਆਵਾਂ ਨੇ ਸਿੱਖ ਪੰਥ ਦੀਆਂ, ਫਿਰ ਵੀ ਅਜੇ ਜਾਤ ਪਾਤ ਦਾ ਕਾਫੀ ਕੁਝ ਰੌਲਾ ਹੈਗਾ ਹੈ। ਅਜੇ ਵੀ ਜਿਹੜੇ ਖਾਸ ਕਰਕੇ ਯੂਪੀ ਜਿੱਥੇ ਉਹਨਾਂ ਦਾ ਵਾਰਾਣਸੀ 'ਚ ਜਨਮ ਹੋਇਆ ਹੈ, ਪ੍ਰਕਾਸ਼ ਲਿਆ ਉਹਨਾਂ ਨੇ, ਯੂਪੀ ਦੇ ਵਿੱਚ ਉਹ ਅਜੇ ਵੀ ਸਾਡੇ ਇੱਧਰ ਨਾਲੋਂ ਉੱਥੇ ਵੱਧ ਹੈਗਾ ਜਾਤ ਪਾਤ ਦਾ। ਉਹਦੇ ਬਾਰੇ ਤੁਸੀਂ ਕੀ ਕਾਰਨ ਦੇਖਦੇ ਹੋ, ਕਿਉਂ ਹੈ ਉੱਥੇ? ਕਿਉਂਕਿ ਜਦੋਂ ਉਸ ਸਮੇਂ ਦੇ ਵਿੱਚ ਜਿਹੜਾ ਮਨੂ ਸਮ੍ਰਿਤੀ ਦਾ ਪ੍ਰਸਾਰਾ ਸੀ, ਉਸ ਪ੍ਰਸਾਰੇ ਦੇ ਬਾਵਜੂਦ ਵੀ ਇਹਨਾਂ ਨੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਔਰ ਆਵਾਜ਼ ਦੇ ਵਿੱਚ ਅੱਜ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਜਿਹੜੇ 40 ਸ਼ਲੋਕ ਨੇ, ਉਹਨਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਭਾਵੇਂ ਅੱਜ ਵੀ ਜਿਹੜੀ ਆਪਾਂ ਜਾਤ ਪਾਤ ਦੀ ਗੱਲ ਕਰੀਏ, ਭੇਦਭਾਵ ਦੀ ਗੱਲ ਕਰੀਏ, ਗੈਰ ਬਰਾਬਰੀ ਦੀ ਗੱਲ ਕਰੀਏ, ਉਸ ਦੇ ਮੁਕਾਬਲੇ ਭਾਵੇਂ ਘੱਟ ਹੈ। ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਬਨਾਰਸ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੋਇਆ, ਕਿਉਂਕਿ ਉਹਨਾਂ ਦੇ ਜਨਮ ਦੇ ਸਥਾਨ ਦੇ ਉੱਤੇ ਪੰਜਾਬ ਦੇ ਨਾਲੋਂ ਭਾਵੇਂ ਵੱਧ ਜਿਹੜੀ ਹੈ ਉੱਥੇ ਊਚ ਨੀਚ ਹੈ, ਜਾਤ ਪਾਤ ਹੈ, ਗੈਰ ਬਰਾਬਰੀ ਹੈ। ਸਾਡਾ ਦੇਸ਼ ਆਜ਼ਾਦ ਹੋਏ ਨੂੰ ਵੀ ਅੱਜ ਚਾਹੇ 75 ਸਾਲ ਹੋ ਗਏ ਨੇ, 75 ਸਾਲ ਬੀਤਣ ਉਪਰੰਤ ਵੀ ਅੱਜ ਵੀ ਸਾਨੂੰ ਬਹੁਤ ਜਿਹੜੀਆਂ ਘਟਨਾਵਾਂ ਨੇ ਉਹ ਸੁਣਨ ਨੂੰ ਮਿਲਦੀਆਂ ਨੇ, ਦੇਖਣ ਨੂੰ ਮਿਲਦੀਆਂ ਨੇ। ਕਿਉਂਕਿ ਮਨੂ ਸਿਮਰਤੀ ਹੈ ਜੋ, ਉਹ ਮਨੂ ਸਿਮਰਤੀ ਜੋ ਬ੍ਰਾਹਮਣਿਕਲੀ ਸਿਸਟਮ ਹੈ, ਉਸ ਸਿਸਟਮ ਦਾ ਇੱਕ ਪਾਰਟ ਹੈ। ਜਦੋਂ ਤੱਕ ਸਾਡੇ ਜਿਹੜੇ ਵੇਦ ਗ੍ਰੰਥ ਸਿਮਰਤੀਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਪੀੜਤ ਸਮਾਜ ਹੈ, ਜਿਸ ਨੂੰ ਅਸੀਂ ਦੱਬਿਆ ਕੁਚਲਿਆ ਦਲਿਤ ਸਮਾਜ ਕਹਿੰਦੇ ਆ, ਅਨੁਸੂਚਿਤ ਜਾਤੀ ਪਛੜਾ ਵਰਗ ਕਹਿੰਦੇ ਆ, ਲੇਕਿਨ ਅਸੀਂ ਉਹਨਾਂ ਦੇ ਨਾਮ ਤਾਂ ਬਦਲ ਲਏ ਨੇ, ਲੇਕਿਨ ਉਹਨਾਂ ਦੇ ਪ੍ਰਤੀ ਜਿਹੜੀ ਘਿਰਨਾ ਹੈ, ਉਹਨਾਂ ਦੇ ਪ੍ਰਤੀ ਅਸੀਂ ਸਾਡੇ ਜਿਹੜੇ ਸੋਚ ਹੈ, ਜਿਹੜੇ ਵਿਚਾਰ ਨੇ, ਉਹਨਾਂ ਦੇ ਵਿੱਚ ਅੱਜ ਵੀ ਬਹੁਤਾ ਜਿਹੜਾ ਪੰਜਾਬ ਤੋਂ ਬਾਹਰ ਅਸੀਂ ਦੇਖਦੇ ਹਾਂ ਕੋਈ ਬਹੁਤਾ ਪਰਿਵਰਤਨ ਨਹੀਂ ਆਇਆ। ਚਾਹੇ ਉਹ ਤਾਮਿਲਨਾਡੂ ਦੀ ਗੱਲ ਹੋ ਜਾਏ,
ਚਾਹੇ ਉੱਤਰ ਪ੍ਰਦੇਸ਼ ਦੀ ਗੱਲ ਹੋ ਜਾਏ, ਚਾਹੇ ਬਿਹਾਰ ਦੀ ਗੱਲ ਹੋ ਜਾਏ, ਲੋੜ ਜਿਹੜੀ ਹੈ ਕਿ ਗੁਰੂ ਰਵਿਦਾਸ ਨੇ ਜੋ ਆਪਣੀ ਆਵਾਜ਼ ਨੂੰ ਉਸ ਸਮੇਂ ਬੁਲੰਦ ਕੀਤਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੀ ਜਿਹੜੇ ਵਿਚਾਰ ਨੇ, ਉਹਨਾਂ ਦੇ ਜਿਹੜੇ ਸ਼ਬਦ ਨੇ ਉਹ ਦਰਜ ਨੇ। ਉਹਨਾਂ ਨੇ ਇਹ ਜਿਹੇ ਹਾਲਾਤਾਂ ਵਿੱਚ ਵੀ ਆਪਣੇ ਆਪ ਨੂੰ, ਜਿਹੜੇ ਆਪਣੇ ਵਿਚਾਰਾਂ ਨੂੰ ਵਧੀਆ ਢੰਗ ਨਾਲ ਕਹਿਣ ਦਾ ਜਿਹੜਾ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਹੌਸਲਾ ਕੀਤਾ। ਉਸ ਸਮੇਂ ਦੇ ਵਿੱਚ ਉਹਨਾਂ ਨੇ ਜਿਹੜੇ ਬ੍ਰਾਹਮਣੀ ਕਲੀ ਸਿਸਟਮ ਸੀਗਾ, ਉਸ ਬ੍ਰਾਹਮਣੀ ਕਲੀ ਸਿਸਟਮ ਦੇ ਖਿਲਾਫ ਆਪਣੀ ਜਿਹੜੀ ਹੈ ਗੱਲ ਕਹੀ। ਕਬੀਰ ਸਾਹਿਬ ਨੇ ਤਾਂ ਬਹੁਤ ਇਸ ਗੱਲ ਨੂੰ, ਬਹੁਤ ਵੱਡੀ ਗੱਲ ਨੂੰ ਕਿਹਾ, ਔਰ ਉਹਨਾਂ ਨੇ ਉਹਨਾਂ ਗੱਲਾਂ ਨੂੰ ਪ੍ਰੋੜਤਾ ਵੀ ਕੀਤੀ। ਲੇਕਿਨ ਅਸੀਂ ਜਦੋਂ ਇਸ ਸਿਸਟਮ ਦੇ ਵਿੱਚ ਅੱਜ ਦੇ ਯੁੱਗ ਵਿੱਚ ਦੇਖਦੇ ਹਾਂ ਕਿ ਅੱਜ ਵੀ ਜਿਹੜੀ ਜਾਤ ਪਾਤ ਹੈ, ਭੇਦਭਾਵ ਹੈ, ਊਚ ਨੀਚ ਹੈ, ਗੈਰ ਬਰਾਬਰੀ ਹੈ, ਉਸ ਦਾ ਅਸੀਂ ਵਰਤਾਰਾ ਹੈ ਜਿਹੜਾ ਉਹ ਬਦਲਣਾ ਤਾਂ ਦੇਖੋ ਇਨਸਾਨੀ ਫਿਤਰਤ ਨੇ ਹੈ। ਕਿਉਂਕਿ ਜਦੋਂ ਤੱਕ ਸਾਡੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਅਜਿਹੀ ਜਿਹੜੀਆਂ ਧਾਰਨਾਵਾਂ ਪੈਦਾ ਹੋਈਆਂ ਨੇ, ਉਹਨਾਂ ਧਾਰਨਾਵਾਂ ਨੂੰ ਅਸੀਂ ਖਤਮ ਨਹੀਂ ਕਰਦੇ, ਜਦੋਂ ਇੱਕ ਵਧੀਆ ਸਮਾਜ ਦੀ ਸਿਰਜਣਾ ਦੇ ਲਈ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਲੈਂਦੇ। ਕਿਉਂਕਿ ਗੁਰੂ ਰਵਿਦਾਸ ਜੀ ਤਾਂ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਖ ਨਹੀਂ ਤੇ ਟਾਉ, ਐਸੀ ਕਲਪਨਾ ਕਰਦੇ ਸੀ ਕਿ ਐਸਾ ਜਿਹੜਾ ਬੇਗਮਪੁਰਾ ਸ਼ਹਿਰ ਬਣਨਾ ਚਾਹੀਦਾ ਜਿਸ ਦੇ ਨਾਲ ਕਿਸੇ ਵੀ ਕਿਸਮ ਦਾ ਵਿਤਕਰਾ ਨਾ ਕੀਤਾ ਜਾਵੇ, ਕਿਸੇ ਦੀ ਬਹੂ ਬੇਟੀ ਦੀ ਜਿਹੜੀ ਹੈ ਇੱਜ਼ਤ ਦਾ ਨਾਲ ਖਲਵਾੜ ਨਾ ਹੋਵੇ, ਔਰ ਸਾਰੇ ਲੋਕ ਜਿਹੜੇ ਉਹ ਬਰਾਬਰਤਾ ਦੇ ਨਾਲ ਰਹਿਣ। ਸਾਰੇ ਲੋਕਾਂ ਦੇ ਆਪਸੀ ਜਿਹੜੀ ਸਮਾਜਿਕ ਸਾਂਝ ਹੈ ਉਸ ਨੂੰ ਸਾਂਝੀਵਾਲਤਾ ਦੀ ਗੱਲ ਕਰੀ ਉਹਨਾਂ ਨੇ, ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਲੇਕਿਨ ਅਸੀਂ ਜਿਹੜੇ ਲੋਕ ਆ, ਅਸੀਂ ਮੰਨਣ ਵਾਲੇ ਲੋਕ ਆ ਸਾਰੇ, ਲੇਕਿਨ ਅਸੀਂ ਇੱਕ ਨਹੀਂ ਦਿਨ ਨਹੀਂ ਤੱਕ ਸੀਮਤ ਕੈਂ ਸਾਹਿਬ ਕਿਸੇ ਦਾ ਦਿਹਾੜਾ ਆ ਨਹੀਂ ਨਹੀਂ ਜਾਏ। ਕੈਂ ਸਾਹਿਬ, ਜਿਹੜਾ ਸਾਡਾ ਸਿਸਟਮ ਆ ਉਹ ਡਿਸਕ੍ਰਿਮੀਨੇਸ਼ਨ ਤੇ ਆਧਾਰਿਤ ਹੈ। ਉਹਦੇ ਵਿੱਚ ਬੇਇਨਸਾਫੀ ਆ। ਅੱਜ ਵੀ ਦੇਸ਼ ਦੇ ਵਿੱਚ 80 ਕਰੋੜ ਤੋਂ ਵੱਧ ਲੋਕਾਂ ਨੂੰ ਇਹਨਾਂ ਨੂੰ ਰਾਸ਼ਨ ਦੇਣਾ ਪੈ ਰਿਹਾ, ਆਟਾ ਦਾਲ ਉਹ ਚਲਾਇਆ ਜਾ ਰਿਹਾ। ਗੱਲ ਤਾਂ ਹੈ ਉਹਨਾਂ ਨੂੰ ਰੁਜ਼ਗਾਰ ਦੇਣ ਦੀ, ਤਾਂ ਕਿ ਉਹਨਾਂ ਨੂੰ ਇਸ ਉਹਦੇ 'ਚ ਤੋਰਿਆ ਹੀ ਨਾ ਜਾਵੇ, ਕਿ ਉਹਨਾਂ ਨੂੰ ਸੀਮਤ ਇਸ ਗੱਲ ਦੀ ਹੋ ਜਾਣ ਵੀ ਉਹਨਾਂ ਨੂੰ ਆਟਾ ਦਾਲ ਮਿਲ ਰਿਹਾ, ਉਹਦੇ ਤੇ ਉਹਨਾਂ ਨੂੰ ਜੀਵਨ ਬਸਰ ਕਰਨਾ ਪਵੇ। ਸਾਡੇ ਦੇਸ਼ ਦੀ 10% 15% ਵਸੋਂ ਆ ਜਿਹਦੇ ਕੋਲ ਸਾਰਾ ਕੁਝ ਹੈਗਾ। ਬਾਕੀ ਤਾਂ 80 90 ਕਰੋੜ ਜਿਹੜੀ ਹੈ 140 35 ਕਰੋੜ ਦੇ ਵਿੱਚੋਂ ਬਹੁਤੀ ਵਸੋਂ ਦਾ ਤਾਂ ਇਹੀ ਹਾਲਤ ਹੈਗੀ ਹੈ। ਗੱਲ ਤਾਂ ਇਹ ਜਿਹੜਾ ਸਿਸਟਮ ਹੈ ਜਿਹਦੇ ਵਿੱਚ ਇਸ ਤਰੀਕੇ ਦਾ ਵਿਤਕਰਾ ਹੈ, ਜਿੰਨਾ ਚਿਰ ਉਹ ਪ੍ਰਵੇਲ ਕਰੇਗਾ ਤਾਂ ਮੇਰਾ ਖਿਆਲ ਉਹਦੇ ਵਿੱਚ ਇਹ ਗੱਲਾਂ ਜਾਰੀ ਰਹਿਣਗੀਆਂ। ਕਿਉਂਕਿ ਇਹ ਦੇਸ਼ ਦੀ ਤਰਾਸਦੀ ਹੈ ਕਿ ਅੱਜ ਵੀ ਅਸੀਂ ਲੋਕਾਂ ਨੂੰ ਸਿਰਫ ਇਸ ਤੱਕ ਮਹਿਦੂਦ ਰੱਖਿਆ ਵਾ ਕਿ ਅਸੀਂ ਇਹ ਕੁਝ ਜਿਹੜੀਆਂ ਸਹੂਲਤਾਂ ਸੁੱਖ ਸੁਵਿਧਾ ਬਣਾ ਦਿੱਤੀਆਂ ਜਾਣ, ਲੇਕਿਨ ਲੋੜ ਤਾਂ ਉਹਨਾਂ ਨੂੰ ਸਿੱਖਿਅਤ ਕਰਨ ਦੀ ਹੈ। ਲੋੜ ਉਹਨਾਂ ਦੇ ਲਈ ਰੁਜ਼ਗਾਰ ਦੇ ਜਿਹੜੇ ਮੌਕੇ ਆ ਉਹ ਪੈਦਾ ਕਰਨ ਦੀ ਲੋੜ ਹੈ। ਲੇਕਿਨ ਅਸੀਂ ਉਹਦੇ ਬਦਲੇ ਵਿੱਚ ਲੋਕਾਂ ਨੂੰ ਕੀ ਕਹਿ ਰਹੇ ਹਾਂ ਕਿ ਇਹਨਾਂ ਲੋਕਾਂ ਨੂੰ ਨਿਕੰਮੇ ਨਕਾਰਾ ਬਣਾ ਦਿੱਤਾ ਜਾਵੇ। ਜਿਹੜੀਆਂ ਸੁੱਖ ਸੁਵਿਧਾ ਛੋਟੀਆਂ ਛੋਟੀਆਂ ਦੇ ਕੇ, ਆਟਾ ਦਾਲ ਸਕੀਮ ਹੈ, ਜਾਂ ਇਹਨਾਂ ਨੂੰ ਚੀਨੀ ਦੇ ਦਿੱਤੀ ਜਾਵੇ, ਜਾਂ ਇਹਨਾਂ ਦੇ ਰਾਸ਼ਨ ਕਾਰਡ ਦੇ ਵਿੱਚ ਇਹਨਾਂ ਦੇ ਰਾਸ਼ਨ ਵਧਾ ਦਿੱਤਾ ਜਾਵੇ। ਸਾਡਾ ਫੋਕਸ ਹੈ ਕਿਉਂਕਿ ਵੋਟ ਪੋਲਿਟਿਕਸ ਦਾ ਹਿੱਸਾ ਬਣ ਗਿਆ ਹੈ ਜ਼ਿੰਦਗੀ ਦੇ ਵਿੱਚ। ਲੋੜ ਜਿਹੜੀ ਹੈ ਕਿ ਉਹਨਾਂ ਨੂੰ ਸਿੱਖਿਆ ਦਾ ਜਿਹੜਾ ਮਿਆਰ ਹੈ ਉਹਨੂੰ ਉੱਚਾ ਚੁੱਕਣ ਦੀ। ਸਿੱਖਿਆ ਜਿਹੜੇ ਲੋਕ ਨੇ, ਉਹ ਲੋਕ ਇਹਨਾਂ ਲੋਕਾਂ ਦਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਵਿਰੋਧ ਵੀ ਕਰਦੇ ਨੇ ਕਿ ਜਦੋਂ ਤੱਕ ਸਿੱਖਿਆ ਨਹੀਂ ਮਿਲੇਗੀ, ਰੁਜ਼ਗਾਰ ਦੇ ਮੌਕੇ ਨਹੀਂ ਮਿਲਣਗੇ, ਜਿਉਣ ਦਾ ਜੀਵਨ ਪੱਧਰ ਹੈ ਅਸੀਂ ਉੱਚਾ ਨਹੀਂ ਚੱਕਾਂਗੇ। ਕਿਉਂਕਿ ਇਹ ਤਾਂ ਗੁਲਾਮੀ ਦਰ ਗੁਲਾਮੀ, ਉਹ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੁਸੀਂ ਜਿਹੜੇ ਪਛੜੇ ਹੋਏ ਲੋਕ ਹੋ, ਗਰੀਬ ਲੋਕ ਹੋ, ਤੁਸੀਂ ਅਨੁਸੂਚੀ ਜਾਤੀ ਵਰਗ ਦੇ ਲੋਕ ਹੋ, ਕਿ ਤੁਹਾਨੂੰ ਤਾਂ ਤੁਹਾਡੇ ਜੀਵਨ ਪੱਧਰ ਦਾ ਜਿਹੜਾ ਜਿੰਨਾ ਕੁ ਮਿਆਰ ਹੈ ਉਹਦੇ ਮੁਤਾਬਕ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨੇ, ਉਹਨਾਂ ਸਹੂਲਤਾਂ ਦੇ ਨਾਮ ਤੇ ਉਹਨਾਂ ਦੇ ਮਨੋਬਲ ਨੂੰ ਡੇਗਣ ਦਾ ਕੰਮ ਕਰ ਰਹੀਆਂ ਨੇ। ਉਹਨਾਂ ਦੇ ਮਨੋਬਲ ਨੂੰ, ਉਹਨਾਂ ਨੂੰ ਇੰਪਾਵਰਮੈਂਟ ਦੇ ਲਈ ਕੋਈ ਨਹੀਂ ਕਰ ਰਿਹਾ, ਚਾਹੇ ਸਰਕਾਰ ਕਿਸੇ ਦੀ ਵੀ ਬਣ ਜਾਏ। ਡੈਮੋਕ੍ਰੇਸੀ ਦੇ ਵਿੱਚ, ਲੋਕਸ਼ਾਹੀ ਦੇ ਵਿੱਚ ਸਿਰਫ ਅਲਫਾਜ਼ਾਂ ਦਾ ਜਿਹੜਾ ਬਦਲਾਅ ਆਇਆ ਹੈ, ਪ੍ਰੈਕਟੀਕਲੀ ਜਿਸ ਤਰ੍ਹਾਂ ਦੀ ਤਬਦੀਲੀ ਦੀ ਲੋੜ ਹੈ, ਸੋਸ਼ਲ ਟਰਾਂਸਫਰਮੇਸ਼ਨ ਦੀ ਲੋੜ ਹੈ, ਸਮਾਜਿਕ ਪਰਿਵਰਤਨ ਦੀ ਲੋੜ ਹੈ, ਆਰਥਿਕ ਮੁਕਤੀ ਦੀ ਲੋੜ ਹੈ, ਇਸ ਤਰ੍ਹਾਂ ਦਾ ਉਹਨਾਂ ਨੇ ਜਿਹੜਾ ਸਰਕਾਰਾਂ ਨੇ, ਚਾਹੇ ਸਮੇਂ-ਸਮੇਂ ਕਿਸੇ ਦੀ ਵੀ ਸਰਕਾਰ ਰਵੇ, ਕਿਉਂਕਿ ਸਾਹਿਬ ਕਾਸ਼ੀ ਰਾਮ ਜੀ ਨੇ ਉਸ ਦੇ ਲਈ ਬਹੁਤ ਵੱਡਾ ਜਿਹੜਾ ਇੱਕ
ਉਪਰਾਲਾ ਕੀਤਾ ਸੀ ਕਿ ਸੋਸ਼ਲ ਟਰਾਂਸਫਰਮੇਸ਼ਨ ਦੀ ਗੱਲ ਕਰਦੇ ਸੀ। ਉਹ ਆਰਥਿਕ ਜਿਹੜੀ ਹੈ ਉਹ ਮੁਕਤੀ ਦੀ ਗੱਲ ਕਰਦੇ, ਸਮਾਜਿਕ ਪਰਿਵਰਤਨ ਦੀ ਗੱਲ ਕਰਦੇ ਸੀ। ਲੇਕਿਨ ਅੱਜ ਦੇਸ਼ ਵਿੱਚ ਕੋਈ ਸਮਾਜਿਕ ਪਰਿਵਰਤਨ ਦੀ ਗੱਲ ਨਹੀਂ ਕਰਦਾ। ਅੱਜ ਦੇਸ਼ ਵਿੱਚ ਜਿਹੜੀਆਂ ਘਟਨਾਵਾਂ ਸਾਨੂੰ ਵੇਖਣ ਨੂੰ ਸੁਣਨ ਨੂੰ ਮਿਲਦੀਆਂ ਨੇ, ਉਹਨਾਂ ਦੇ ਉੱਤੇ ਵਿਚਾਰ ਕਰਨ ਨੂੰ ਨਹੀਂ ਬਣਦਾ। ਤੁਸੀਂ ਭਾਵੇਂ ਜਿਹੜਾ ਜਿਹੜਾ ਆਪਣਾ ਨੈਸ਼ਨਲ ਸ਼ੈਡਿਊਲ ਕਾਸਟ ਕਮਿਸ਼ਨ ਬਣਾਇਆ ਹੈ, ਇਸ ਤਰ੍ਹਾਂ ਦੇ ਹੋਰ ਜਿਹੜੇ ਸਟੇਟਾਂ 'ਚ ਵੀ ਕਮਿਸ਼ਨ ਬਣਾਇਆ ਜਾਂ ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਬਣਾਇਆ ਨੇ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਜਾਂ ਛੂਆ-ਛਾਤ ਨੂੰ ਮਿਟਾਉਣ ਦੀਆਂ ਗੱਲਾਂ ਕਰਦੇ ਆ। ਲੇਕਿਨ ਜਦੋਂ ਤੱਕ ਸਾਡੇ ਮਨਾਂ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਦਾ, ਉਹਨਾਂ ਦੇ ਪ੍ਰਤੀ ਜਿਹੜੀ ਸੰਜੀਦਗੀ ਨਾਲ ਉਹਨਾਂ ਤੇ ਕੰਮ ਕਰਨ ਦਾ ਸਾਡੇ ਮਨ ਵਿੱਚ ਤਹੱਈਆ ਨਹੀਂ ਬਣਦਾ। ਇਹ ਗੱਲਾਂ ਸਿਰਫ ਦੇਖਣ ਨੂੰ ਬਣਦੀਆਂ ਨੇ ਕਿ ਦੇਖੋ ਜੀ, ਜੇ ਕਿਸੇ ਨੇ ਇਸ ਤਰ੍ਹਾਂ ਦੀ ਘਟਨਾ ਹੋ ਗਈ ਹੈ ਤਾਂ ਉਹਨਾਂ ਨੂੰ ਕੀ ਕਰੋ, ਥੋੜੀ ਆਰਥਿਕ ਮਦਦ ਦੇ ਦਿਓ, ਉਹਨਾਂ ਦੇ ਤੇ ਪ੍ਰੀਵੈਂਸ਼ਨ ਆਫ ਐਟਰੋਸਿਟੀ ਐਕਟ ਲਾ ਦਿਓ, ਉਹਨਾਂ ਦੇ ਲਈ ਰਹਿਣ ਸਹਿਣ ਦਾ ਆਨੰਦ ਫਾਨੰਦ ਸਰਕਾਰਾਂ ਆਪਣੀ ਵੀ ਸਾਡੀ ਬਦਨਾਮੀ ਹੋ ਰਹੀ ਹੈ ਉਸ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੀਆਂ ਨੇ। ਲੇਕਿਨ ਗੁਰੂ ਰਵਿਦਾਸ ਜੀ ਦੇ ਜਿਹੜੇ ਜੀਵਨ ਦੇ ਉੱਤੇ ਜਾਂ ਉਹਨਾਂ ਦੇ ਵਿਚਾਰਾਂ ਦੇ ਉੱਤੇ ਜੋ ਉਹਨਾਂ ਨੇ ਉਸ ਸਮੇਂ ਕਹੇ, ਉਹਨਾਂ ਦੇ ਉੱਤੇ ਅਸੀਂ ਅੱਜ ਚਰਚਾ ਕਰ ਰਹੇ ਹਾਂ। ਚਰਚਾ ਬੜੇ ਖੁੱਲੇ ਦਿਲ ਨਾਲ ਹੋਣੀ ਚਾਹੀਦੀ ਹੈ ਕਿ ਤੁਹਾਡਾ, ਅਸੀਂ ਇਸ ਗੱਲ ਦੇ ਲਈ ਮੈਂ ਧੰਨਵਾਦੀ ਹਾਂ ਕਿ ਤੁਸੀਂ ਇਸ ਦੇ ਉੱਤੇ ਆਪਣੀ ਵਿਚਾਰ ਚਰਚਾ ਕਰਨ ਦਾ ਇੱਕ ਉਪਰਾਲਾ ਕੀਤਾ, ਇੱਕ ਸ਼ੁਰੂਆਤ ਕੀਤੀ। ਔਰ ਇਸ ਤਰ੍ਹਾਂ ਦੀ ਮੇਰੇ ਖਿਆਲ ਦੇ ਵਿੱਚ ਮੈਨੂੰ ਦੇਖਣ ਨੂੰ ਸੁਣਨ ਨੂੰ ਹਲੇ ਤੱਕ ਨਹੀਂ ਮਿਲੀ ਕਿ ਵੀ ਜਿਹੜੀ ਤੁਸੀਂ ਸਾਰਥਕ ਗੱਲ ਕਰ ਰਹੇ ਹੋ, ਅਸੀਂ ਅੱਜ ਇਸ ਦੇ ਉੱਤੇ ਜੋ ਉਹਨਾਂ ਦੇ ਵਿਚਾਰ ਨੇ, ਉਹਨਾਂ ਦੀ ਬਾਣੀ ਹੈ, 40 ਸ਼ਬਦ ਨੇ, ਹੈ ਉਹਨਾਂ ਦੀ ਆਰਤੀ ਹੈ, ਉਹਦੇ ਉੱਤੇ ਹੁੰਦੀ ਹੈ ਗੱਲ। ਉਹਨਾਂ ਦੇ ਜਿਹੜੇ ਨਾਲ ਦੇ ਹਮ ਸਾਥੀ ਸੀਗੇ ਉਸ ਸਮੇਂ ਦੇ ਵਿੱਚ, ਕਬੀਰ ਸਾਹਿਬ ਦੇ ਉੱਤੇ ਤੁਸੀਂ ਦੇਖੋ ਕੋਈ ਬਹੁਤੀ ਚਰਚਾ ਨਹੀਂ ਹੁੰਦੀ। ਕਿ ਜੇ ਤੁਸੀਂ ਸੈਨ ਨਾਮਦੇਵ ਜੀ ਦੇ ਉੱਤੇ ਦੇਖੋ ਕੋਈ ਚਰਚਾ ਨਹੀਂ ਹੁੰਦੀ। ਸਿਰਫ ਸਿੰਬੋਲਿਕ ਤੌਰ ਤੇ ਅਸੀਂ ਉਹਨਾਂ ਨੂੰ ਮਨਾਉਂਦੇ ਆ, ਇੱਕ ਦਿਨ ਲਈ ਮਨਾਉਂਦੇ ਆ, ਲੇਕਿਨ ਉਸ ਤੋਂ ਬਾਅਦ ਉਹਨਾਂ ਤੇ ਕੋਈ ਗੱਲ ਨਹੀਂ ਕਰਦੇ। ਮੈਂ ਦੇਖਿਆ ਕਿ ਕੱਲ ਜਦੋਂ ਅਸੀਂ ਨਗਰ ਕੀਰਤਨ ਸਮੁੱਚੇ ਪੰਜਾਬ ਦੇ, ਦੇਸ਼ ਦੇ ਵੱਖੋ ਵੱਖਰੇ ਕੋਨਿਆਂ ਦੇ ਵਿੱਚ ਕਰਿਆ ਜਾ ਰਿਹਾ, ਜਿਹੜਾ ਇੱਕ ਸਮਾਜ ਦਾ ਇੱਕ ਵਰਗ ਹੈ ਸਿਰਫ ਉਹਨਾਂ ਤੱਕ ਸੀਮਤ ਹੈ। ਜਦੋਂ ਕਿ ਇਹ ਲੋੜ ਸੀਗੀ ਕਿ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚ ਵੀ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਮਨਾਇਆ ਜਾਣਾ ਚਾਹੀਦਾ ਸੀ। ਮੈਂ ਅੱਜ ਨਹੀਂ, ਨਹੀਂ, ਜਦੋਂ ਨਹੀਂ, ਪਟਿਆਲੇ ਕਹਿ ਸਾਹਿਬ ਜਦੋਂ ਪਿੰਡ ਹੈ, ਭਗਤ ਮੈਂ ਉੱਥੇ ਰਵਿਦਾਸ ਗਿਆ ਉਹਨਾਂ ਅੱਜ। ਸਿੱਖਿਆਵਾਂ ਜਿਹੜੀਆਂ ਉਹਨਾਂ ਦੇ ਸਾਰੇ ਸ਼ਬਦ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਤਾਂ ਉਹਦੇ 'ਚ ਜ਼ਿੰਮੇਵਾਰੀ ਤੇ ਸਾਰਿਆਂ ਦੀ ਬਣਦੀ ਨਾ, ਸਾਰੇ ਰਲ ਮਿਲ ਕੇ ਮਨਾਉਣ। ਮੈਂ ਉਹੀ ਤੁਹਾਨੂੰ ਇੱਕ ਇਸ ਗੱਲ ਦੀ ਮੈਂ ਦੱਸਦਾ, ਮੈਂ ਪਟੇੜੀ ਕਲਾਂ ਪਿੰਡ ਪਟਿਆਲੇ ਦੇ ਨਾਲ ਪੈਂਦਾ, ਹਾਂਜੀ, ਮੈਂ ਉਸ ਪਿੰਡ ਦੇ ਵਿੱਚ ਗਿਆ। ਮੈਂ ਉਹਨਾਂ ਨੂੰ ਇਹ ਗੱਲ ਕਿਹਾ ਕਿ ਜਦੋਂ ਇੱਥੇ ਇੱਕ ਗੁਰਦੁਆਰਾ ਸਾਹਿਬ ਹੈ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਸਾਰਿਆਂ ਨੇ ਇਕੱਠੇ ਹੋ ਕੇ ਕਿਉਂ ਨਹੀਂ ਮਨਾਇਆ। ਉਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਤਾਂ ਇਹ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਨਹੀਂ ਦਿੰਦੇ, ਕਿਉਂਕਿ ਕਿਸੇ ਨੇ ਕਿਸੇ ਦੇ ਘਰ ਲੈ ਕੇ ਜਾਣਾ, ਕਿਸੇ ਨੇ ਕਿਤੇ ਜਾਣਾ। ਇਸੇ ਤਰ੍ਹਾਂ ਮਰਦੈੜੀ ਮਰਦਾਪੁਰ ਪਿੰਡ ਹੈ ਡਕਾਲੇ ਦੇ ਕੋਲ, ਮੈਂ ਉੱਥੇ ਹਾਂਜੀ, ਵੀ ਹਾਂਜੀ, ਗਿਆ, ਹੈਗਾ। ਕਿਉਂਕਿ ਬਹੁਤ ਜਿਹੜੀਆਂ ਗੱਲਾਂ ਨੇ ਕਈ ਵਾਰ ਸਾਨੂੰ ਨਾ ਉੱਥੇ ਸੁਣਨ ਨੂੰ ਮਿਲਦੀਆਂ। ਜਦੋਂ ਕਿ ਇੱਕ ਪਿੰਡ ਇੱਕ ਗੁਰਦੁਆਰਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਦੇ ਉੱਤੇ ਚਰਚਾ ਕੀਤੀ ਕਿ ਵੀ ਨਹੀਂ ਪਿੰਡਾਂ ਦੇ ਵਿੱਚ ਹੋਣਾ, ਤੇ ਇਹਨਾਂ ਦੇ ਵਿੱਚ ਪੋਲੀਟੀਕਲ ਬੰਦਿਆਂ ਨੇ ਵੀ ਬਹੁਤ ਇਨੀਸ਼ੀਏਟਿਵ ਲਿਆ ਕਿ ਇਸ ਤਰ੍ਹਾਂ ਦੀ ਹੋਣਾ ਚਾਹੀਦਾ ਕਿ ਇੱਕ ਪਿੰਡ ਇੱਕ ਸ਼ਮਸ਼ਾਨ ਘਾਟ ਹੋਣਾ ਚਾਹੀਦਾ। ਲੇਕਿਨ ਸਾਡੇ ਦਿਮਾਗ ਵਿੱਚੋਂ ਜਦੋਂ ਤੱਕ ਇਹ ਕੁਰੀਤੀਆਂ ਨੇ ਜਿਹੜੀਆਂ ਜਿਹੜੀਆਂ ਸਾਨੂੰ ਇਸ ਇੱਕ ਦੂਜੇ ਨਾਲ ਵੱਖ ਕਰਦੀਆਂ ਨੇ, ਅਸੀਂ ਉਹਦੇ ਵਿੱਚ ਆਪਣੀ ਮਾਨਸਿਕਤਾ ਨੂੰ ਨਹੀਂ ਬਦਲਦੇ, ਤਾਂ ਮੇਰੇ ਖਿਆਲ ਦੇ ਵਿੱਚ ਗੱਲਾਂ ਤਾਂ ਬਹੁਤ ਹੁੰਦੀਆਂ ਨੇ। ਆਪਾਂ ਵੀ ਕਰ ਰਹੇ, ਆਪਣੇ ਤੋਂ ਪਹਿਲਾਂ ਵੀ ਹੋਈਆਂ, ਆਪਣੇ ਤੋਂ ਬਾਅਦ ਵਿੱਚ ਵੀ ਹੋਣੀਆਂ। ਲੋੜ ਤਾਂ ਜਿਹੜੀ ਹੈਗੀ ਆ ਕਿ ਅਸੀਂ ਸਮਾਜ ਦੇ ਵਿੱਚ ਪਰਿਵਰਤਨ ਕਿਵੇਂ ਲੈ ਕੇ ਆਉਣਾ, ਉਹਨਾਂ ਦੀ ਜਿਹੜਾ ਸਿੱਖਿਅਤ ਕਿਵੇਂ ਕਰਨਾ, ਕਿਉਂਕਿ ਸਿੱਖਿਅਤ ਕਰਨ ਨਾਲ ਇਨਸਾਨ ਹੈ ਜਿਹੜਾ, ਉਸ ਦਾ ਜਿਹੜਾ ਮਨੋਬਲ ਵੀ ਵੱਧਦਾ ਹੈ, ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤੌਰ ਤਰੀਕਾ ਬਦਲਦਾ ਹੈ। ਸਿੱਖਿਅਤ ਹੋਣ ਦੇ ਨਾਲ ਉਸ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਤਬਦੀਲੀਆਂ ਆਉਂਦੀਆਂ ਨੇ, ਕਿਉਂਕਿ ਇੱਕੋ ਗੱਲ ਦੇ ਉੱਤੇ ਫੋਕਸ ਕੀਤਾ ਜਾਂਦਾ ਕਿ ਜਿਹੜੀ ਚਮਾਰ ਕਮਿਊਨਿਟੀ ਹੈ ਜਿਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਪੈਦਾ ਹੋਏ, ਉਹ ਕਹਿੰਦੇ ਵੀ ਚਮੜੇ ਦਾ ਕੰਮ ਕਰੇਗੀ। ਲੇਕਿਨ ਅੱਜ ਤੁਸੀਂ ਇਹ ਗੱਲ ਦੇਖੋ ਕਿ ਜਿਸ ਕਮਿਊਨਿਟੀ ਨੂੰ ਰਵਿਦਾਸੀਆ ਕਮਿਊਨਿਟੀ ਨਾਲ ਜਾਣਿਆ ਜਾਂਦਾ ਹੈ, ਆਪ ਧਰਮੀ ਕਮਿਊਨਿਟੀ ਦੇ ਨਾਲ ਜਾਣਿਆ ਜਾਂਦਾ ਜਾਂ ਚਮਾਰ ਕਮਿਊਨਿਟੀ ਦੇ ਨਾਲ ਉਹਨਾਂ ਦੀ ਪਹਿਚਾਣ ਹੈ, ਲੇਕਿਨ ਉਹਨਾਂ ਨੇ ਉਹ ਕਿੱਤਾ ਛੱਡ ਦਿੱਤਾ। ਲੇਕਿਨ ਜਿਨ੍ਹਾਂ ਬੰਦਿਆਂ ਨੇ ਉਹ ਕਿੱਤੇ ਨੂੰ ਅਪਣਾਇਆ, ਲੇਕਿਨ ਉਹਨਾਂ ਨੂੰ ਤੁਹਾਡੇ ਉੱਤੇ ਇੱਕ ਆਪਣਾ ਇਸ ਗੱਲ ਦੇ ਉੱਤੇ ਫੋਕਸ ਕਰ ਦਿੱਤਾ ਕਿ ਯਾਰ ਇਹ ਸ਼ੈਡਿਊਲ ਕਾਸਟ ਕਮਿਊਨਿਟੀ ਦੇ ਵਿੱਚ ਆਉਂਦੇ ਨੇ, ਇਹ ਇਹਨਾਂ ਦੀ ਫਲਾਣੀ ਕਾਸਟ ਹੈ, ਇਸੇ ਕਾਸਟ ਨੂੰ ਉਹ ਸੰਬੰਧਿਤ ਨੇ। ਆਪਣੇ ਫਾਇਦੇ ਲਈ ਇੰਟਰਕਾਸਟ ਵੀ ਮੈਰਿਜ ਕਰੀ ਜਾਏਗੀ,
ਆਪਣੇ ਫਾਇਦੇ ਲਈ ਜਦੋਂ ਲੋੜ ਹੋਏਗੀ ਤਾਂ ਜਾਤੀ ਨੂੰ ਵਧਾ ਦਿੱਤਾ ਜਾਏਗਾ, ਲੋੜ ਹੋਏਗੀ ਜਾਤੀ ਨੂੰ ਘਟਾ ਦਿੱਤਾ ਜਾਏਗਾ। ਕਿ ਅਸੀਂ ਤਾਂ ਇਹ ਚਾਹੁੰਦੇ ਹਾਂ, ਸਮਾਜ ਦੇ ਬਹੁਤ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ, ਸਾਰੇ ਵਰਗ ਇਹ ਚਾਹੁੰਦੇ ਨੇ ਕਿ ਵੀ ਇਹ ਜਾਤ ਪਾਤ ਹੈ, ਇਹ ਜਾਤ ਪਾਤ ਖਤਮ ਹੋਣੀ ਚਾਹੀਦੀ ਹੈ। ਇਹ ਜਾਤ ਪਾਤ ਊਚ ਨੀਚ ਦਾ ਭੇਦਭਾਵ ਹੈ, ਇਹ ਖਤਮ ਹੋਣਾ ਚਾਹੀਦਾ। ਅੱਛਾ, ਕਹਿਣ ਸਾਹਿਬ ਸੰਖੇਪ ਦੇ ਵਿੱਚ ਅੱਜ ਦੇ ਦਿਨ ਕੀ ਪਰਨ ਕਰਨ ਦੀ ਲੋੜ ਆ, ਉਹਦੇ ਤੇ ਦੇ ਕੇ ਆਪਣੀ ਗੱਲ ਨੂੰ ਤੁਸੀਂ ਸਮਾਪਤ ਕਰੋ। ਜੀ ਦੇਖੋ ਜੰਮੂ ਸਾਹਿਬ, ਸੰਕਲਪ ਲੈਣ ਦੀ ਲੋੜ ਹੈ ਕਿ ਸੰਕਲਪ ਲਈਏ ਕਿ ਅਸੀਂ ਜਿਹੜੀਆਂ ਦਸੇ ਗੁਰੂਆਂ ਦੀ ਬਾਣੀ ਹੈ, ਉਹਨਾਂ ਨੇ ਵੀ ਜਿਹੜੀ ਹੈ ਊਚ ਨੀਚ ਦਾ ਖੰਡਨ ਕੀਤਾ। ਉਹਨਾਂ ਨੇ ਤਾਂ ਕਿਹਾ ਕਿ ਆਪ ਜਿਹੜੀ ਸਾਂਝੀਵਾਲਤਾ, अव्वल अल्लाह नूर उपाया कुदरत के सब बंदे, एक नूर से सब जग उपजिया कौन भले को मंदे। लेकिन सानू ये सुनन नूं बढ़िया लगदा, लेकिन प्रैक्टिकली कोई नहीं। गुरु नानक साहब ने किया, नीचा अंदर नीच जात, नीची हूं अत नीच, नानक तिनके संग साथ, वड्डिया सिउ क्या रीस, जिथे नीच संभालियन तिथे नदर तेरी बख्शिश। उन्होंने इस गल दे किया भी मैं उन्हां लोकां नाल जिहड़े गरीब ने, पछड़े ने, लताड़े ने, मैं उन्हां नाल खड़ा। लेकिन इन्हां गल्लां नूं प्रचारण दी लोड़ है, लोकां दे विच आपसी साझीवालता दा ਜਿਹੜਾ ਪਿਆਰ ਮੁਹੱਬਤ ਦਾ ਸੰਦੇਸ਼ ਦੀ ਲੋੜ ਹੈ। ਅਸੀਂ ਕਹਿੰਦੇ ਕਿ ਇਹਦੇ ਉੱਤੇ ਸੰਕਲਪ ਹੋਵੇ, ਇਹਦੇ ਉੱਤੇ ਬਹੁਤ ਕੰਮ ਹੋਇਆ ਔਰ ਬਹੁਤ ਕੰਮ ਹੋਰ ਕਰਨ ਦੀ ਲੋੜ ਹੈ ਕਿ ਤਾਂ ਜੋ ਸਮਾਜ ਦੀ ਜਿਹੜੀ ਅਸੀਂ ਬਣਤਰ ਦੀ, ਉਹਨਾਂ ਨੇ ਗੁਰੂ ਸਾਹਿਬ ਨੇ, ਗੁਰੂ ਰਵਿਦਾਸ ਮਹਾਰਾਜ ਜੀ ਨੇ ਕਲਪਨਾ ਕੀਤੀ ਸੀ ਕਿ ਮੈਂ ਬੇਗਮਪੁਰਾ ਸ਼ਹਿਰ ਦੀ ਕਲਪਨਾ, ਤੋਂ ਉਹ ਸੰਕਲਪ ਨੂੰ ਅਸੀਂ ਆਪਣੇ ਮਨ ਵਿੱਚ ਧਿਆਨ ਕੇ ਚੱਲੀਏ ਤਾਂ ਉਹ ਬੇਗਮਪੁਰੇ ਦਾ ਸੰਕਲਪ ਹੋ ਸਕਦਾ, ਜਿਹਦੇ ਵਿੱਚ ਸਾਰਿਆਂ ਨੂੰ ਇਕੁਐਲਿਟੀ ਦੀ ਗੱਲ ਕਰਦੇ ਹਾਂ। ਉੱਥੇ ਕੋਈ ਅਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਨੀ, ਐਟਰੋਸਿਟੀ ਦੀ ਗੱਲ ਨਹੀਂ ਕਰਦੇ। ਇਹ ਸਾਨੂੰ ਲੋੜ ਹੈ ਕਿ ਅਸੀਂ ਉਸ ਦੇ ਉੱਤੇ ਵਿਚਾਰ ਕਰੀਏ, ਮਨਾਂ ਦੇ ਜਿਹੜਾ ਆਪਣਾ ਹਿਰਦੇ ਪਰਿਵਰਤਨ ਕਰੀਏ, ਆਪਣੇ ਮਨ ਦੀ ਜਿਹੜੀ ਮਾਨਸਿਕਤਾ ਹੈ ਉਸ ਨੂੰ ਬਦਲੀਏ। ਕਿ ਜਿਵੇਂ ਪੰਜਾਬ ਦੇ ਵਿੱਚ ਇੱਕ ਮੁਹਿੰਮ ਚੱਲ ਰਹੀ ਹੈ, ਉਹ ਮੱਠੀ ਜ਼ਰੂਰ ਪਈ ਹੈ ਕਿ ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ, ਇੱਕ ਪਿੰਡ ਇੱਕ ਸ਼ਮਸ਼ਾਨ ਘਾਟ ਹੋਣਾ ਚਾਹੀਦਾ, ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਉਸਨੂੰ ਬੇਗਾਨਗੀ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ। ਜਿੱਦਾਂ ਦੀਆਂ ਛੋਟੀਆਂ ਮੋਟੀਆਂ ਘਟਨਾਵਾਂ ਕਈ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਨੂੰ ਉਹਦਾ ਸਰੂਪ ਲੈ ਕੇ ਜਾਣ ਦੇ ਉੱਤੇ ਮਨਾਹੀ ਕਰ ਦਿੱਤੀ ਜਾਂਦੀ ਹੈ, ਜਾਂ ਉਹਨਾਂ ਨੂੰ ਵੱਖਰੇ ਤੌਰ ਤੇ ਕਿਹਾ ਜਾਂਦਾ ਤੁਸੀਂ ਆਪਣਾ ਗੁਰਦੁਆਰਾ ਬਣਾ ਲਓ। ਕਿ ਅੱਜ ਪੰਜਾਬ ਦੇ ਵਿੱਚ, ਪੰਜਾਬ ਬਹੁਤ ਵਧੀਆ ਹੈ, ਗੁਰੂਆਂ ਦੀ ਧਰਤੀ ਹੈ, ਇੱਥੇ ਕੁਝ ਲੋਕ ਸਵਾਰਥੀ ਲੋਕ ਆਪਣੇ ਫਾਇਦੇ ਲਈ ਇਸ ਤਰ੍ਹਾਂ ਦੇ ਜਿਹੜੇ ਉਹ ਗਲਤ ਕਰਮਕਾਂਡ ਕਰਦੇ ਨੇ, ਪਖੰਡ ਕਰਦੇ ਨੇ ਔਰ ਜਾਤ ਪਾਤ ਨੂੰ ਬੜਾਵਾ ਦਿੰਦੇ ਨੇ। ਸਾਨੂੰ ਲੋੜ ਹੈ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਹੈ ਉਸ ਦੇ ਵਿੱਚ ਸਾਰਿਆਂ ਨੂੰ ਸਨਮਾਨ ਦਿੱਤਾ ਗਿਆ, ਸਾਰੇ ਗੁਰੂ ਪੀਰ ਪੈਗੰਬਰ ਭਗਤ ਸਾਰਿਆਂ ਨੂੰ ਬਰਾਬਰਤਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਅਸੀਂ ਤਾਂ ਇਹ ਚਾਹੁੰਦੇ ਕਿ ਉਹਦਾ ਉਹੀ ਸਾਡਾ ਅੱਜ ਇਸ ਮੌਕੇ ਤੇ ਜਿਹੜੀ ਚਰਚਾ ਅਸੀਂ ਵਿਚਾਰ ਕਰ ਰਹੇ ਹਾਂ ਉਹ ਸੰਕਲਪ ਹੈ। ਉਸ ਸੰਕਲਪ ਨੂੰ ਲੋਕਾਂ ਦੇ ਤੱਕ ਪਹੁੰਚਾਉਣਾ ਚਾਹੀਦਾ, ਲੇਕਿਨ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਨ ਤੱਕ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਮਹਦੂਦ ਨਹੀਂ ਰਹਿਣਾ ਚਾਹੀਦਾ। ਉਹ ਲੋਕਾਂ ਨੂੰ ਆਪਣਾ ਉਸ ਦੇ ਮੁਤਾਬਕ ਹਿਰਦੇ ਪਰਿਵਰਤਨ ਕਰਨਾ ਚਾਹੀਦਾ। ਸੋ ਕਹਿਣ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।